ਲੜੀਵਾਰ ਕਥਾ ਰਾਗ ਸੂਹੀ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ 4 ਸ਼ਬਦ ਪਿੱਛੇ ਆਪਾਂ ਵਿਚਾਰੇ ਹਨ। 766 ਅੰਗ ਤੇ ਮਹਾਰਾਜ ਜੀ ਦਾ ਪਾਵਨ ਸ਼ਬਦ ਪ੍ਰਾਰੰਭ ਹੋ ਰਿਹਾ ਹੈ। ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ ਏ ਗੁਰੂ ਸਾਹਿਬ ਜੀ। ਸਤਨਾਮ ਸੂਹੀ ਮਹੱਲਾ ਪਹਿਲਾ। ਮੇਰਾ ਮਨ ਰਾਤਾ ਗੁਣ ਰਵੈ ਮਨ ਪਾਵੈ ਸੋਈ। ਰਾਗ ਸੋਹੀ ਹੈ। ਪਹਿਲੇ ਪਾਤਸ਼ਾਹ ਆਦਿ ਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਨੇ। ਮੇਰਾ ਮਨ ਪਾਰ ਬ੍ਰਹਮ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਰਾਤਾ ਰੰਗਿਆ ਗਿਆ। ਜਦੋਂ ਗੁਰਬਾਣੀ 'ਚ ਰੰਗਿਆ ਰਾਤਾ ਰਾਤੇ ਇਹ ਸ਼ਬਦ ਆਉਂਦੇ ਨੇ ਤੇ ਇਹਨਾਂ ਦਾ ਅਰਥ ਹੁੰਦਾ ਪ੍ਰੇਮ। ਮੇਰਾ ਮਨ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਰਾਤਾ ਰੰਗਿਆ ਹੋਇਆ ਉਹਦੇ ਗੁਣਾਂ ਨੂੰ ਉਚਾਰਨ ਕਰਦਾ। ਗੁਣ ਰਵੈ, ਰਵੈ ਦਾ ਮਤਲਬ ਹੁੰਦਾ ਉਚਾਰਨ ਕਰਨਾ, ਬੋਲਣਾ। ਉਹਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਹੋਇਆ ਮੇਰਾ ਇਹ ਮਨ ਉਹਦੇ ਗੁਣ ਗਾਇਨ ਕਰਦਾ। ਮਨ ਭਾਵੈ ਸੋਈ। ਹੁਣ ਮੇਰੇ ਮਨ ਨੂੰ ਉਹੀ ਭਾਉਂਦਾ ਹੈ ਜਿਹਦੇ ਮੈਂ ਗੁਣ ਗਾਇਨ ਕਰਦਾ। ਮੇਰੇ ਮਨ ਨੂੰ ਭਾਉਂਦਾ ਵੀ ਉਹੀ ਜਿਸ ਦੇ ਪ੍ਰੇਮ ਦੇ ਰੰਗ ਵਿੱਚ ਮੇਰਾ ਇਹ ਮਨ ਰੰਗਿਆ ਹੋਇਆ, ਜਿਸ ਦੇ ਗੁਣ ਗਾ ਰਿਹਾ ਮੇਰੇ ਮਨ ਨੂੰ ਭਾਉਂਦਾ ਵੀ ਸੋਈ ਪਾਰ ਬ੍ਰਹਮ ਪਰਮੇਸ਼ਵਰ ਹੈ। ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ। ਜਿਹੜੀ ਗੁਰੂ ਦੀ ਪੌੜੀ ਹੈ ਨਾ, ਗੁਰੂ ਨੇ ਕਿਹੜੀ ਪੌੜੀ ਸਾਨੂੰ ਦਿੱਤੀ ਹੈ? ਗੁਰੂ ਸਾਹਿਬ ਦਾ ਜਿਹੜਾ ਇਹ ਪਵਿੱਤਰ ਉਪਦੇਸ਼ ਹੈ ਨਾ, ਇਹ ਪੌੜੀ ਹੈ ਪ੍ਰਮਾਤਮਾ ਤੱਕ ਜਾਣ ਵਾਸਤੇ। ਜਿਵੇਂ ਪੌੜੀ ਉਚਾਈ ਤੇ ਜਾਣ ਲਈ ਹੁੰਦੀ ਹੈ ਨਾ, ਉੱਚਿਆਂ ਜਾਣ ਲਈ ਹੁੰਦੀ ਹੈ, ਇਸੇ ਤਰ੍ਹਾਂ ਨਿਰੰਕਾਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਵਿੱਚ ਪਹੁੰਚਣ ਵਾਸਤੇ ਗੁਰੂ ਉਪਦੇਸ਼ ਦੀ ਪੌੜੀ ਚਾਹੀਦੀ। ਤੋ ਸਤਿਗੁਰਾਂ ਦੇ ਪਾਵਨ ਪਵਿੱਤਰ ਉਪਦੇਸ਼ ਦੀ ਜਿਹੜੀ ਪੌੜੀ ਹੈ ਉਹ ਸੱਚੀ ਹੈ। ਸੱਚ ਦੇ ਘਰ ਨੂੰ ਜਾਣ ਵਾਸਤੇ ਗੁਰੂ ਕਾ ਉਪਦੇਸ਼ ਪੌੜੀ ਹੈ। ਔਰ ਇਸ ਪੌੜੀ ਤੇ ਚੜ੍ਹ ਕੇ ਜਿਹੜੇ ਉਸ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਵਿੱਚ ਜਾ ਕੇ ਮਿਲਦੇ ਨੇ ਉਹਨਾਂ ਨੂੰ ਸੱਚੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸੱਚਾ ਸੁੱਖ ਹੋਈ, ਉਹਨਾਂ ਨੂੰ ਸੱਚਾ ਸੁੱਖ ਪ੍ਰਾਪਤ ਹੁੰਦਾ। ਜਿਵੇਂ ਕਿ ਪਹਿਲਾਂ ਆਪਾਂ ਵਿਚਾਰਿਆ ਵੀ ਸੁੱਖ ਸੱਚੇ ਦੀ ਗੱਲ ਹੋ ਰਹੀ ਹੈ, ਇਹਦਾ ਮਤਲਬ ਹੈ ਝੂਠੇ ਸੁੱਖ ਵੀ ਹੁੰਦੇ ਨੇ। ਝੂਠਾ ਸੁੱਖ ਉਹੀ ਹੈ ਨਾ ਜਿਹਦੇ ਬਾਰੇ ਮਹਾਰਾਜ ਜੀ ਕਹਿ ਰਹੇ ਸਨ ਅਲਪ ਸੁੱਖ ਭੰਨੀਆਂ। ਥੋੜੇ ਸਮੇਂ ਵਾਸਤੇ ਜਿਨ੍ਹਾਂ 'ਚ ਸਾਨੂੰ ਸੁੱਖ ਪ੍ਰਤੀਤ ਹੁੰਦਾ, ਭਾਸਦਾ, ਉਹ ਸਾਰੇ ਝੂਠੇ ਸੁੱਖ ਨੇ। ਸੱਚਾ ਸੁੱਖ ਤਾਂ ਆਪਣੀ ਨਿਜ ਆਤਮਾ ਦਾ ਸੁੱਖ ਹੈ। ਉਹ ਸੱਚੇ ਸੁੱਖ ਦੀ ਫਿਰ ਉਹਨਾਂ ਗੁਰਮੁਖਾਂ ਨੂੰ ਪ੍ਰਾਪਤੀ ਹੁੰਦੀ ਹੈ ਜਿਹੜੇ ਸਤਿਗੁਰਾਂ ਦੇ ਦਿੱਤੇ ਹੋਏ ਉਪਦੇਸ਼ ਦੀ ਪੌੜੀ ਤੇ ਚੜ੍ਹ ਕੇ ਉਸ ਸੱਚ ਸਰੂਪ ਪਰਮੇਸ਼ਰ ਵਿੱਚ ਜਾ ਕੇ ਅਭੇਦ ਹੁੰਦੇ ਹਨ। ਸੁਖ ਸਹਿਜ ਆਵੈ ਸਾਚ ਪਾਵੈ ਸਾਚ ਕੀਮਤ ਕਿਉਂ ਟਲੈ। ਉਹਨਾਂ ਨੂੰ ਸਹਿਜੇ ਹੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜੇ ਸੱਚੇ ਉਪਦੇਸ਼ ਦੇ ਧਾਰਨੀ ਹੁੰਦੇ ਨੇ ਨਾ, ਉਹਨਾਂ ਨੂੰ ਸਹਿਜੇ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਸੁਤੇ ਸਿੱਧ, ਔਰ ਉਹ ਸੱਚੇ ਨੂੰ ਪਾ ਜਾਂਦੇ ਹਨ। ਸਾਚ ਕੀ ਮਤ ਕਿਉਂ ਟਲੈ। ਆ ਜਿਹੜੀ ਸੱਚੇ ਦੀ ਮੱਤ ਹੈ ਨਾ ਸਾਨੂੰ ਦਿੱਤੀ ਹੋਈ ਗੁਰੂ ਕੀ ਬਾਣੀ ਦੁਆਰਾ, ਇਹ ਮੱਤ ਕਦੇ ਟਲਦੀ ਨਹੀਂ ਹੈ, ਯਾਨੀ ਕਿ ਅਟਲ ਹੈ। ਅੱਜ ਤੋਂ ਜੁਗਾਂ ਪਹਿਲਾਂ ਜਿਹੜੀ ਮੱਤ ਅਟਲ ਸੀ,
ਜੋ ਵਾਸਤਵਿਕਤਾ ਸੀ ਉਹ ਸਾਹਿਬ ਨੇ ਬਿਆਨ ਕੀਤੀ ਹੈ, ਅੱਜ ਤੋਂ ਜੁਗਾਂ ਬਾਅਦ ਵੀ ਉਸੇ ਤਰ੍ਹਾਂ ਟਲ ਰਹੇਗੀ। ਉਹਨੂੰ ਕੋਈ ਚੈਲੰਜ ਕਰਕੇ ਨਹੀਂ ਕਹਿ ਸਕਦਾ ਵੀ ਗੁਰੂ ਸਾਹਿਬ ਨੇ ਆਹ ਉਪਦੇਸ਼ ਜਾਂ ਆਹ ਮੱਤ ਸਹੀ ਨਹੀਂ ਦਿੱਤੀ। ਸੱਚੇ ਦੀ ਮੱਤ ਹੈ ਨਾ, ਜੋ ਸੱਚੇ ਦੀ ਮੱਤ ਹੈ ਉਹ ਕਿਵੇਂ ਟਲ ਸਕਦੀ ਹੈ? ਸੱਚੇ ਦੀ ਮੱਤ ਅਟਲ ਹੈ। ਇਸ਼ਨਾਨ ਦਾਨ ਸੁਗਿਆਨ ਮੱਜਣ, ਆਪ ਛਲਿਓ ਕਿਉਂ ਛਲੈ। ਕਹਿੰਦੇ ਕੋਈ ਬੰਦਾ ਪਰਮੇਸ਼ਰ ਦੀ ਭਗਤੀ ਵਿਹੂਣਾ ਹੋ ਕੇ, ਉਹਦੇ ਨਾਮ ਤੋਂ ਬੇਮੁਖ ਹੋ ਕੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰੇ ਜਾਂ ਦਾਨ ਕਰੇ। ਸੁਗਿਆਨ ਦਾ ਇੱਥੇ ਅਰਥ ਕੀਤਾ ਸੁਸ਼ਟੂ ਗਿਆਨ। ਸੁਸ਼ਟੂ ਗਿਆਨ ਦਾ ਮਤਲਬ ਹੁੰਦਾ ਉਹ ਗਿਆਨ ਜਿਹੜਾ ਕੇਵਲ ਜ਼ੁਬਾਨ ਰਾਹੀਂ ਕਥਨ ਹੋ ਰਿਹਾ ਪਰ ਧਾਰਨ ਨਹੀਂ ਕੀਤਾ। ਫੋਕਾ ਗਿਆਨ ਗੁਰੂ ਘਰ ਦੇ ਵਿੱਚ ਉਹ ਗਿਆਨ ਪ੍ਰਵਾਨ ਹੈ ਜਿਹੜਾ ਧਾਰਨ ਕੀਤਾ ਜਾਏ। ਜਿਹੜਾ ਕੇਵਲ ਕਥਨ ਕੀਤਾ ਜਾਏ ਉਹ ਗਿਆਨ ਦੀ ਪ੍ਰਮਾਣਿਕਤਾ ਨਹੀਂ। ਕਹਿੰਦੇ ਕੋਈ ਗਿਆਨੀ ਹੋ ਕੇ ਆਪਣੀ ਜ਼ੁਬਾਨ ਤੋਂ ਗਿਆਨ ਦੀ ਕਥਾ ਕਰਨ ਲੱਗ ਪਏ, ਇਸ਼ਨਾਨ ਕਰਨ ਲੱਗ ਪਏ, ਦਾਨ ਕਰਨ ਲੱਗ ਪਵੇ, ਮੱਜਨ ਕਰੇ ਕਈ ਪ੍ਰਕਾਰ ਦੇ ਤਰੀਕਿਆਂ ਨਾਲ, ਔਰ ਕਹੇ ਕਿ ਮੈਂ ਹੁਣ ਰੱਬ ਨੂੰ ਛਲ ਲੈਣਾ। ਕਹਿੰਦੇ ਇਹ ਸਭ ਕੁਝ ਕਰਕੇ ਤੂੰ ਦੁਨੀਆ ਨੂੰ ਤਾਂ ਛਲ ਵਿਖਾਵਾ ਕਰਕੇ ਭਰਮਾ ਸਕਦਾ ਹੈ, ਪਰ ਉਹ ਪਾਰ ਬ੍ਰਹਮ ਪਰਮੇਸ਼ਰ ਅਛਲ ਹੈ, ਉਹਨੂੰ ਤੂੰ ਕਿਵੇਂ ਛੱਡ ਸਕਦਾ? ਤੀਰਥਾਂ ਦਾ ਭਰਮਣ ਕਰਕੇ, ਇਸ਼ਨਾਨ ਦਾਨ ਕਰਕੇ ਜਾਂ ਗਿਆਨ ਦੀਆਂ ਚੰਗੀਆਂ ਬਾਤਾਂ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰ ਸਕਦਾ ਤੂੰ, ਲੋਕਾਂ ਨੂੰ ਛੱਡ ਸਕਦਾ। ਲੋਕ ਕਹਿਣਗੇ ਵਾਹ ਬੜਾ ਧਰਮੀ ਬੰਦਾ, ਬੜਾ ਗਿਆਨੀ ਬੰਦਾ, ਬੜਾ ਸ੍ਰੇਸ਼ਟ ਗਿਆਨ ਕਥਨ ਕਰਦਾ, ਵੇਖੋ ਜੀ ਬੜਾ ਧਰਮੀ ਕਰਮੀ ਹੈ, ਦਾਨੀ ਬੰਦਾ। ਲੋਕ ਛੜੇ ਜਾ ਸਕਦੇ ਨੇ, ਪਰ ਉਹ ਪ੍ਰਮਾਤਮਾ ਛਲ ਹੈ, ਉਹਨੂੰ ਤੂੰ ਕਿਵੇਂ ਛੜੇਗਾ? ਉਹ ਨਹੀਂ ਛੜਿਆ ਜਾਂਦਾ। ਵਿਖਾਵੇ ਦੇ ਕੀਤੇ ਕਰਮ ਕਾਂਡਾਂ ਨਾਲ ਉਸ ਅਛਲ ਪਰਮੇਸ਼ਰ ਨੂੰ ਤੂੰ ਕਿਵੇਂ ਛੜੇਗਾ? ਜੋ ਛੜਿਆ ਹੀ ਨਹੀਂ ਜਾ ਸਕਦਾ ਉਸ ਨੂੰ ਕਿਵੇਂ ਛੜੇਗਾ? ਪਰਪੰਚ ਮੋਹ ਵਿਕਾਰ ਥਾਕੇ, ਕੂੜ ਕਪਟ ਨ ਦੋਈ। ਪਰਪੰਚ ਕਰਕੇ ਤੇ ਪਰਪੰਚ ਦੇ ਮੋਹ ਰੂਪੀ ਵਿਕਾਰਾਂ ਵਿੱਚ ਲੱਗ ਕੇ ਅਖੀਰ ਨੂੰ ਜੀਵ ਥੱਕ ਗਏ। ਔਰ ਕੂੜ ਤੇ ਕਪਟ, ਝੂਠ ਤੇ ਕਪਟ, ਇਹ ਦੋਵੇਂ, ਇਹ ਜਿਹੜੀਆਂ ਦੋ ਬਿਰਤੀਆਂ ਹਨ। ਮੇਰਾ ਮਨ ਰਾਤਾ ਗੁਣ ਰਵੈ, ਮਨ ਪਾਵੈ ਸੋਈ। ਉਹ ਰੱਬ ਦੇ ਪਿਆਰਿਆਂ ਦੇ ਹਿਰਦਿਆਂ ਚੋਂ ਚਲੀਆਂ ਗਈਆਂ। ਉਹਨਾਂ ਅੰਦਰ ਪਰਪੰਚ ਦੇ ਨਾਲ ਮੋਹ ਕਰਨ ਦੀ ਵਿਕਾਰੀ ਬਿਰਤੀ ਥੱਕ ਗਈ ਹੈ। ਉਹਨਾਂ ਅੰਦਰ ਦੋਵੇਂ ਬਿਰਤੀਆਂ ਝੂਠ ਤੇ ਕਪਟ ਦੀ ਦੁਬਦਾ ਵੀ ਚਲੀ ਗਈ ਹੈ। ਤੇ ਕਹਿੰਦੇ ਉਹ ਫਿਰ ਰੱਬ ਦੇ ਪਿਆਰ ਦੇ ਰੰਗਾਂ ਵਿੱਚ ਰੰਗੇ ਹੋਏ ਪਰਮੇਸ਼ਰ ਦੇ ਗੁਣਾਂ ਨੂੰ ਰਵੈ ਉਚਾਰਨ ਕਰਦੇ ਨੇ। ਇਹ ਉਹਨਾਂ ਨੂੰ ਭਾਉਂਦਾ ਹੈ। ਸਾਹਿਬ ਸੂਸਾ ਲਾਹੀਆ, ਜਿਨ ਕਾਰਨ ਕੀਆ। ਕਹਿੰਦੇ ਉਸ ਸਾਹਿਬ ਨੂੰ ਸਲਾਈਏ, ਉਸ ਵੱਡੇ ਸਾਹਿਬ ਦੀਆਂ ਸਿਫਤਾਂ ਕਰੀਏ। ਆਖਿਆ ਮਹਾਰਾਜ ਕਿਹਦੀਆਂ? ਕਹਿੰਦੇ ਜਿਸ ਨੇ ਸਾਰੇ ਜਗਤ ਦਾ ਕਾਰਨ ਕੀਤਾ। ਕਾਰਨ ਤੋਂ ਕਾਰਜ ਹੋਇਆ ਨਾ, ਇਹ ਜਗਤ ਤਾਂ ਕਾਰਿਆ ਹੈ, ਪਰ ਇਹਦਾ ਕੋਈ ਕਾਰਨ ਸੀਗਾ ਤਦੇ ਹੀ ਕਾਰਿਆ ਹੋਇਆ ਨਾ। ਕਹਿੰਦੇ ਜਿਸ ਨੇ ਇਸ ਸਾਰੇ ਜਗਤ ਦਾ ਕਾਰਨ ਕੀਤਾ, ਇਸ ਨੂੰ ਬਣਾਉਣ ਦਾ, ਉਹਨੂੰ ਸਲਾਈਏ, ਉਹਦੀਆਂ ਸਿਫਤਾਂ ਕਰੀਏ। ਮੈਲ ਲਾਗੀ ਮਨ ਮੈਲਿਆ, ਤਿਨਾ ਅੰਮ੍ਰਿਤ ਪੀਆ। ਮੈਲੇ ਮਨਾਂ ਵਾਲਿਆਂ ਦੇ ਮਨ ਨੂੰ ਮੈਲ ਹੀ ਲੱਗੀ ਹੋਈ ਆ ਪਾਪ ਕਰਮਾਂ ਦੀ, ਵਿਕਾਰਾਂ ਦੀ। ਔਰ ਉਸ ਮੈਲ ਲੱਗੀ ਹੋਏ ਕਰਕੇ ਉਹਨਾਂ ਦੇ ਮਨ ਮੈਲੇ ਨੇ। ਕੋਈ ਵਿਰਲਾ ਹੈ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਆਪਣੇ ਅੰਦਰ ਛੁਪੇ ਹੋਏ ਅੰਮ੍ਰਿਤ ਨੂੰ ਪੀਂਦਾ। ਕੋਈ ਵਿਰਲਾ ਹੈ ਜਿਹੜਾ ਆਪਣੇ ਸਵੈ ਆਤਮਾ ਦੇ ਅੰਮ੍ਰਿਤ ਨੂੰ ਪੁੰਚਦਾ ਹੈ। ਮਤ ਅੰਮ੍ਰਿਤ ਪੀਆ ਏਉ ਮਨ ਦੀਆ, ਗੁਰ ਪਹਿ ਮੋਲ ਕਰਾਇਆ। ਕਹਿੰਦੇ ਉਹ ਰਿੜਕ ਕੇ ਵਿਚਾਰ ਕਰਕੇ ਆਪਣੇ ਅੰਦਰੋਂ ਅੰਮ੍ਰਿਤ ਨੂੰ ਪ੍ਰਾਪਤ ਕਰਦੇ ਨੇ, ਅੰਮ੍ਰਿਤ ਨੂੰ ਪੀਂਦੇ ਨੇ।
ਪੁੱਛਿਆ ਮਹਾਰਾਜ, ਉਹ ਜੋ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਹੈ, ਉਹਦਾ ਮੁੱਲ ਕਿੱਥੋਂ ਪਵਾਈਏ? ਤੇ ਕਹਿੰਦੇ ਉਹਦਾ ਮੁੱਲ ਗੁਰੂ ਪਾਉਂਦਾ। ਗੁਰੂ ਨੂੰ ਜਾ ਕੇ ਪੁੱਛਿਆ ਮਹਾਰਾਜ, ਉਹ ਜਿਹੜਾ ਅੰਮ੍ਰਿਤ ਨਾਮ ਅੰਮ੍ਰਿਤ ਹੈ, ਉਹਦਾ ਕੀ ਮੁੱਲ ਹੈ ਤੇ ਕੀ ਮੁੱਲ ਤਾਰ ਕਿਉਂ ਮਿਲਦਾ? ਗੁਰੂ ਨੂੰ ਪੁੱਛਿਆ ਤੇ ਫਿਰ ਗੁਰੂ ਨੇ ਉਹਦਾ ਮੁੱਲ ਪਾਇਆ। ਕੀ ਮੁੱਲ ਪਾਇਆ? ਕਿ ਐ ਸਿੱਖਾ, ਜੇ ਤਾਂ ਨਾਮ ਰੂਪੀ ਅੰਮ੍ਰਿਤ ਨੂੰ ਪ੍ਰਾਪਤ ਕਰਨਾ ਤੇ ਇਹਦੇ ਲਈ ਤੈਨੂੰ ਮੁੱਲ ਤਾਰਨਾ ਪਏਗਾ ਕਿ ਤੂੰ ਆਪਣਾ ਮਨ ਗੁਰੂ ਨੂੰ ਭੇਟ ਕਰ ਦੇ। ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ। ਗੁਰੂ ਕੋਲੋਂ ਮੈਂ ਇਹ ਮੁੱਲ ਪਵਾਇਆ। ਜਿਵੇਂ ਕਹਿੰਦੇ ਵੀ ਮੈਨੂੰ ਨਹੀਂ ਪਤਾ ਇਹ ਵਸਤੂ ਦਾ ਮੁੱਲ ਕੀ, ਆਪਾਂ ਕਿਸੇ ਸਿਆਣੇ ਭੇਤੀ ਬੰਦੇ ਕੋਲੋਂ ਮੁੱਲ ਪਵਾ ਲੈਨੇ। ਕਹਿੰਦੇ ਸਾਨੂੰ ਨਹੀਂ ਸੀ ਪਤਾ ਕਿ ਅੰਮ੍ਰਿਤ ਨਾਮ ਜਿਹੜਾ ਇਹਦਾ ਕੀ ਮੁੱਲ ਹੈ, ਕਿਵੇਂ ਮਿਲਦਾ। ਕਹਿੰਦੇ ਗੁਰੂ ਕੋਲੋਂ ਮੁੱਲ ਪਵਾਇਆ ਤੇ ਗੁਰੂ ਨੇ ਦੱਸਿਆ ਕਿ ਸਿੱਖਾ, ਜੇ ਤੈਨੂੰ ਨਾਮ ਅੰਮ੍ਰਿਤ ਦੀ ਪ੍ਰਾਪਤੀ ਚਾਹੀਦੀ ਹੈ ਤਾਂ ਫਿਰ ਇਹਦੇ ਬਦਲੇ ਤੂੰ ਆਪਣਾ ਮਨ ਭੇਟ ਕਰ ਦੇ। ਇਹੋ ਮਨ ਦੀਆ, ਤੂੰ ਆਪਣਾ ਇਹ ਮਨ ਗੁਰੂ ਚਰਨਾਂ ਵਿੱਚ ਅਰਪਣ ਕਰ ਦੇ। ਆਪਨੜਾ ਪ੍ਰਭ ਸਹਿਜ ਪਛਾਤਾ, ਜਾਂ ਮਨ ਸਾਚਾ ਲਾਇਆ। ਕਹਿੰਦੇ ਆਪਨੜੇ ਪ੍ਰਭੂ ਨੂੰ ਸਹਿਜੇ ਹੀ ਅਸੀਂ ਪਛਾਤਾ ਕਹੀਏ, ਪਛਾਣ ਲਿਆ। ਕਦੋਂ ਪਛਾਣਿਆ? ਜਦੋਂ ਮੈਂ ਆਪਣਾ ਮਨ ਉਸ ਸੱਚੇ ਨਾਲ ਜੋੜ ਲਿਆ, ਸੱਚੇ ਨਾਲ ਲਾ ਲਿਆ, ਤਾਂ ਫਿਰ ਸਹਿਜੇ ਹੀ ਸੁਤੇ ਸਿੱਧ ਹੀ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਪਛਾਣਿਆ। ਤਿਸ ਨਾਲ ਗੁਣ ਗਾਵਾਂ, ਜੇ ਤਿਸ ਭਾਵਾਂ, ਕਿਉਂ ਮਿਲਾ ਹੋਈ ਪਰਾਇਆ। ਕਹਿੰਦੇ ਤਿਨਾਂ ਮਹਾਪੁਰਸ਼ਾਂ ਸਤਿਪੁਰਸ਼ਾਂ ਨਾਲ ਮਿਲ ਕੇ ਮੈਂ ਵਾਹਿਗੁਰੂ ਦੇ ਗੁਣਾਂ ਨੂੰ ਗਾਵਦਾ ਹਾਂ। ਉਹਦੇ ਗੁਣਾਂ ਨੂੰ ਗਾਵਿਆ ਹੋਇਆ ਤਦੇ ਸਫਲ ਹੈ ਜੇ ਤਿਸ ਦੇ ਮਨ ਨੂੰ ਭਾ ਜਾਵਾਂ। ਉਹਦੇ ਗਾਏ ਹੋਏ ਗੁਣ ਤਾਂ ਤਦੇ ਹੀ ਸਫਲ ਨੇ ਨਾ, ਜੇ ਉਹਦੇ ਗਾਏ ਹੋਏ ਗੁਣ ਨੂੰ ਭਾ ਜਾਣ। ਕਹਿੰਦੇ ਮੈਂ ਕਿਵੇਂ ਮਿਲਾਂ ਜੋ ਮੇਰੇ ਤੋਂ ਬਗਾਨਾ ਹੋਇਆ ਫਿਰਦਾ, ਮੇਰੇ ਤੋਂ ਪਰਾਇਆ ਹੋਇਆ ਫਿਰਦਾ। ਉਸ ਨੂੰ ਕਿਵੇਂ ਮਿਲਾਂ, ਉਸ ਨੂੰ ਕਿਵੇਂ ਪ੍ਰਾਪਤ ਕਰਾਂ? ਸਾਹਿਬ ਸੂਸਾ ਲਾਹੀਆ, ਜਿਨ ਜਗ ਤੂੰ ਪਾਇਆ। ਮਹਾਰਾਜ ਜੀ ਕਹਿੰਦੇ ਉਸ ਸਾਹਿਬ ਨੂੰ ਸਲਾਹੀਏ, ਉਹਦੀਆਂ ਸਿਫਤਾਂ ਕਰੀਏ, ਜਿਸ ਨੇ ਸਾਰਾ ਜਗਤ ਪੈਦਾ ਕੀਤਾ, ਜਿਸ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ। ਆਏ ਗਿਆ ਕੀ ਨਾ ਆਇਓ, ਕਿਉਂ ਆਵਾ ਜਾਤਾ। ਆਏ ਗਿਆ ਕੀ ਨਾ ਆਇਓ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਜੇ ਉਹ ਆ ਗਿਆ ਤੇ ਉਹਦੇ ਆਉਣ ਨਾਲ ਐਸਾ ਕੀ ਹੈ ਜਿਹੜਾ ਨਹੀਂ ਆਉਂਦਾ? ਆਖੋ ਸਤਿਨਾਮ ਸ੍ਰੀ। ਇਹਦੇ ਬਾਬਤ ਇੱਕ ਸਾਖੀ ਸੁਣਾਉਂਦੇ ਆ ਮਹਾਂਪੁਰਸ਼। ਇੱਕ ਰਾਜਾ, ਉਹਦੀਆਂ ਰਾਣੀਆਂ। ਰਾਜਾ ਵਿਦੇਸ਼ ਗਿਆ ਹੋਇਆ। ਆਉਣ ਤੋਂ ਪਹਿਲਾਂ ਉਹਨੇ ਸੁਨੇਹਾ ਭੇਜਿਆ ਵੀ ਕਿਸੇ ਨੂੰ ਜਿਹੜੀ ਕੋਈ ਵਸਤੂ ਚਾਹੀਦੀ ਹੈ ਰਾਣੀ ਨੂੰ ਦੱਸ ਦਿਓ, ਮੈਂ ਲਈ ਆਵਾਂ। ਸਭ ਰਾਣੀਆਂ ਨੇ ਚਿੱਠੀਆਂ ਭੇਜੀਆਂ, ਵੱਖੋ ਵੱਖਰੀਆਂ ਡਿਮਾਂਡਾਂ। ਸਾਨੂੰ ਆਹ ਚਾਹੀਦਾ, ਕਿਸੇ ਫਲ ਮੰਗੇ, ਕਿਸੇ ਕਸ਼ਮੀਰ ਦੇ ਮੇਵੇ ਮੰਗੇ, ਕਿਸੇ ਹਾਰ ਸ਼ਿੰਗਾਰ ਦੀਆਂ ਵਸਤੂਆਂ, ਕਿਸੇ ਗਹਿਣੇ ਆਭੂਸ਼ਣ ਮੰਗੇ। ਇੱਕ ਰਾਣੀ, ਸ੍ਰੇਸ਼ਟ ਰਾਣੀ, ਪਤਵਰਤਾ, ਧਰਮ ਚ ਪ੍ਰਪੱਕ, ਉਹਨੇ ਕੇਵਲ ਇਤਨਾ ਲਿਖਿਆ, ਮਹਾਰਾਜ ਤੁਸੀਂ ਆ ਜਾਓ। ਉਹ ਬੜਾ ਹੈਰਾਨ ਹੋਇਆ ਕਿ ਇਹਨੇ ਤਾਂ ਕੋਈ ਮੰਗ ਹੀ ਨਹੀਂ ਕੀਤੀ, ਮੰਗਿਆ ਹੀ ਨਹੀਂ। ਸਭ ਰਾਣੀਆਂ ਲਈ ਬਹੁਤ ਸਾਰੀਆਂ ਵਸਤੂਆਂ ਜੋ ਜੋ ਉਹਨਾਂ ਮੰਗੀਆਂ, ਖਰੀਦੀਆਂ। ਜਿਹਨੇ ਕੁਝ ਨਹੀਂ ਸੀ ਮੰਗਿਆ ਉਹਦੇ ਲਈ ਸਾਰਾ ਕੁਝ ਹੀ ਲੈ ਲਿਆ। ਮਹਿਲਾਂ 'ਚ ਪਹੁੰਚ ਕੇ ਜਿਹੜੀਆਂ ਵਸਤੂਆਂ ਜਿਹੜੀਆਂ ਰਾਣੀਆਂ ਮੰਗੀਆਂ ਉਹਨਾਂ ਨੂੰ ਪਹੁੰਚਦੀਆਂ ਕਰਕੇ ਆਪ ਉਸ ਰਾਣੀ ਦੇ ਘਰ ਆਇਆ ਜਿਸ ਨੇ ਕਿਹਾ ਸੀ ਤੁਸੀਂ ਆ ਜਾਓ। ਜਦੋਂ ਆਪ ਆਇਆ ਤੇ ਉਹਦੇ ਨਾਲ ਸਾਰੇ ਪਦਾਰਥ, ਸਾਰੀਆਂ ਵਸਤੂਆਂ ਵੀ ਆ ਗਈਆਂ। ਉਦਾਹਰਣ, ਜਿਹੜੇ ਕੇਵਲ ਸੰਸਾਰੀ ਪਦਾਰਥਾਂ ਦੀ ਹੀ ਕਾਂਖਾ ਕਰਦੇ ਰਹਿ ਜਾਂਦੇ ਨੇ, ਉਹ ਕੇਵਲ ਪਦਾਰਥਾਂ ਤੱਕ ਹੀ ਸੁਰਤ ਸੀਮਤ ਰੱਖਦੇ ਆ।
ਤੇ ਜਿਹੜੇ ਪਾਰ ਬ੍ਰਹਮ ਪਰਮੇਸ਼ਰ ਦੇ ਦਰਸ਼ਨ ਭਲਾਖੀ ਹੋ ਜਾਂਦੇ ਨੇ, ਉਹ ਜਦੋਂ ਪ੍ਰਭੂ ਦੇ ਦਰਸ਼ਨ ਕਰਦੇ ਨੇ ਤਾਂ ਉਹਦੇ ਦਰਸ਼ਨਾਂ ਚੋਂ ਸਾਰਾ ਕੁਝ ਹੀ ਪ੍ਰਾਪਤ ਹੋ ਜਾਂਦਾ। ਜਗਤ ਗੁਰੂ ਗੁਰੂ ਨਾਨਕ ਸਾਹਿਬ ਇੱਥੇ ਫਰਮਾ ਰਹੇ ਨੇ, ਆਏ ਗਿਆ ਕੀ ਨਾ ਆਇਓ। ਜਦੋਂ ਉਹ ਹੀ ਆ ਗਿਆ ਤੇ ਫਿਰ ਕੀ ਨਹੀਂ ਆਇਆ ਦੱਸੋ ਪਿੱਛੇ? ਉਹਦੇ ਆਉਣ ਨਾਲ ਸਾਰਾ ਕੁਝ ਆ ਗਿਆ। ਜਦੋਂ ਆਪ ਆਇਆ ਉਹਦੇ ਨਾਲ ਉਹਦੀਆਂ ਸਾਰੀਆਂ ਦਾਤਾਂ ਵੀ ਆ ਗਈਆਂ। ਸੂਰਜ ਦੇ ਆਉਣ ਨਾਲ ਸੂਰਜ ਦੀ ਰੋਸ਼ਨੀ ਉਹਦੇ ਨਾਲ ਹੀ ਆ ਜਾਂਦੀ ਹੈ ਨਾ, ਉਹਦੀਆਂ ਕਿਰਨਾਂ ਵੀ ਉਹਦੇ ਨਾਲ ਹੀ ਆ ਪਹੁੰਚਦੀਆਂ ਨੇ। ਇਸੇ ਤਰ੍ਹਾਂ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਆਉਣ ਨਾਲ ਸਾਰੀਆਂ ਵਸਤੂਆਂ ਜੋ ਚਾਹੀਦੀਆਂ ਸਨ, ਜੋ ਲੋੜਾਂ ਸਨ, ਸਭ ਪ੍ਰਾਪਤ ਹੋ ਗਈਆਂ। ਕਿਸੇ ਵੱਖਰੀ ਵਸਤੂ ਦੀ ਮੰਗ ਦੀ ਲੋੜ ਹੀ ਨਹੀਂ ਰਹੀ। ਹੁਣ ਵੱਖਰਾ ਵੱਖਰਾ ਪਦਾਰਥ ਕਿਹੜਾ ਕਿਹੜਾ ਮੰਗਣਾ ਸੀ? ਕਿਉਂ ਆਵੇ ਜਾਤਾ। ਜਿਨ੍ਹਾਂ ਦੇ ਘਰ ਵਿੱਚ ਉਹ ਵਾਹਿਗੁਰੂ ਆ ਗਿਆ ਔਰ ਉਹਦੇ ਨਾਲ ਸਾਰਾ ਕੁਝ ਆ ਗਿਆ ਜੋ ਚਾਹੀਦਾ ਸੀ, ਕਹਿੰਦੇ ਫਿਰ ਇਹੋ ਜਿਹੇ ਗੁਰਮੁਖਾਂ ਨੂੰ ਫਿਰ ਕਿਵੇਂ ਆਵਣਾ ਜਾਣਾ ਹੋ ਸਕਦਾ? ਯਾਨੀ ਕਿ ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ, ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ। ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਾਤਾ। ਪਿਆਰੇ ਪ੍ਰੀਤਮ ਦੇ ਨਾਲ ਉਹਨਾਂ ਦਾ ਮਨ ਮੰਨ ਗਿਆ ਔਰ ਹਰੀ ਦੇ ਨਾਲ, ਹਰ ਸੇਤੀ, ਸੇਤੀ ਦਾ ਇੱਥੇ ਅਰਥ ਹੈ ਨਾਲ, ਹਰੀ ਦੇ ਨਾਲ ਉਹਨਾਂ ਦਾ ਮਨ ਰੰਗਿਆ ਗਿਆ ਹੈ। ਸਾਹਿਬ ਰੰਗ ਰਾਤਾ ਸੱਚ ਕੀ ਬਾਤਾ, ਜਿਨ ਬਿੰਬ ਕਾ ਕੂਟ ਉਸਾਰਿਆ। ਕਹਿੰਦੇ ਮੈਂ ਸਾਹਿਬ ਦੇ ਉਸ ਰੰਗ ਦੇ ਵਿੱਚ ਰਤਿਆ ਹੋਇਆ ਹਾਂ ਔਰ ਉਸੇ ਸੱਚ ਦੀਆਂ ਬਾਤਾਂ ਕਰਦਾ ਹਾਂ। ਸੱਚ ਦੀਆਂ ਬਾਤਾਂ ਕਰਦਾ, ਸੱਚ ਦੀਆਂ ਬਾਤਾਂ ਪਾਉਣਾ ਤੇ ਸੱਚ ਦੀਆਂ ਬਾਤਾਂ ਸੁਣਾਉਣਾ। ਤੇ ਕਿਉਂ ਨਾ ਸੁਣਾਵਾਂ ਉਸ ਸੱਚ ਦੀਆਂ ਬਾਤਾਂ ਨੂੰ ਜਿਸ ਨੇ ਪਾਣੀ ਦੇ ਇੱਕ ਬੁਲਬਲੇ ਤੋਂ ਮਨੁੱਖੀ ਸਰੀਰ ਦਾ ਕੋਟ ਰਚ ਦਿੱਤਾ ਹੈ। ਕਹਿੰਦੇ ਫਿਰ ਉਸ ਸੱਚੇ ਦੀਆਂ ਬਾਤਾਂ ਮੈਂ ਕਿਉਂ ਨਾ ਪਾਵਾਂ? ਉਹਦੇ ਪ੍ਰੇਮ ਦੇ ਰੰਗ ਵਿੱਚ ਆਪਣੇ ਆਪ ਨੂੰ ਕਿਉਂ ਨਾ ਰੰਗਾਂ, ਜਿਸ ਨੇ ਇੱਕ ਬਿੰਦ ਤੋਂ ਇਸ ਕੋਟ ਦੀ ਆ ਕਾਇਆ ਰੂਪੀ ਕਿਲੇ ਦੀ ਰਚਨਾ ਕਰ ਦਿੱਤੀ ਹੈ। ਪੰਚ ਪੂਰਨਾ ਏਕੋ ਆਪ ਸਿਰੰਦਾ, ਜਿਨ ਸੱਚ ਕਾ ਪਿੰਡ ਸੁਆਰਿਆ। ਪੰਜ ਭੂਤ ਨੇ ਨਾ, ਪੰਜ ਤਤਵ ਨੇ ਜਿਨ੍ਹਾਂ ਨਾਲ ਇਹ ਸਾਰਾ ਸੰਸਾਰ ਬਣਿਆ। ਉਹ ਇਹਨਾਂ ਪੰਜਾਂ ਭੂਤਾਂ ਦਾ, ਪੰਜਾਂ ਤੱਤਾਂ ਦਾ ਨਾਇਕ ਹੈ। ਪੰਚ ਭੂ ਨਾਇਕੋ ਆਪ ਸਿਰੰਦਾ, ਉਹ ਆਪ ਸਿਰਜਣਹਾਰ ਹੈ। ਉਹਨੇ ਪੰਜਾਂ ਤੱਤਾਂ ਕਰਕੇ ਸਾਰੀ ਸ੍ਰਿਸ਼ਟੀ ਉਹਨੇ ਆਪ ਸਾਜੀ ਹੈ। ਤੇ ਜੋ ਪੰਜਾਂ ਤੱਤਾਂ ਦੇ ਨਾਲ ਬਣੇ ਹੋਏ ਸੰਸਾਰ ਨੂੰ ਬਣਾਉਣ ਵਾਲਾ ਹੈ, ਜਿਨ ਸੱਚ ਕਾ ਪਿੰਡ ਸਵਾਰਿਆ, ਜਿਸ ਨੇ, ਸੱਚੇ ਨੇ ਆ ਜਿਹੜਾ ਪਿੰਡ ਹੈ ਇਹਦੇ ਵਿੱਚ ਸੱਚ ਪਾ ਕੇ ਇਸ ਦੀ ਸਵਾਰਨਾ ਕੀਤੀ, ਭਾਵ ਇਸ ਨੂੰ ਚੇਤਨਤਾ ਪ੍ਰਦਾਨ ਕੀਤੀ ਹੈ। ਹਮ ਅਵਗੁਣਿਆਰੇ ਤੂੰ ਸੁਣ ਪਿਆਰੇ, ਤੁਧ ਪਾਵੈ ਸਚ ਸੋਈ। ਉਹਨੂੰ ਬੇਨਤੀਆਂ ਕਰਦਿਆਂ ਕਹਿੰਦੇ ਆ, ਜਿਸ ਦੇ ਆਇਆ ਸਭ ਕੁਝ ਆ ਜਾਂਦਾ ਹੈ, ਜੋ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈ। ਉਹਦੇ ਅੱਗੇ ਬੇਨਤੀ ਕਰਦਿਆਂ ਕਹਿੰਦੇ, ਹੇ ਵਾਹਿਗੁਰੂ, ਅਸੀਂ ਅਵਗੁਣਾਂ ਨਾਲ ਭਰੇ ਹੋਏ ਅਵਗੁਣਿਆਰੇ ਹਾਂ। ਹਮ ਅਵਗੁਣਿਆਰੇ ਤੂੰ ਸੁਣ ਪਿਆਰੇ। ਹੇ ਮੇਰੇ ਪਿਆਰੇ ਜੀ ਸੁਣੋ, ਅਸੀਂ ਅਵਗੁਣਿਆਰੇ ਹਾਂ। ਤੁਧ ਭਾਵੈ ਸੱਚ ਸੋਈ। ਮਹਾਰਾਜ ਜਿਹੜਾ ਤੁਹਾਨੂੰ ਭਾਵੇ ਉਹੀ ਸੱਚ ਹੈ। ਜਿਹੜਾ ਤੁਹਾਨੂੰ ਭਾਵੇ ਉਹ ਸੱਚ ਹੈ ਨਾ, ਜਿਹੜਾ ਸਾਨੂੰ ਭਾਵੇ ਉਹ ਸੱਚ ਨਹੀਂ ਹੈ। ਸਾਨੂੰ ਤਾਂ ਝੂਠ ਭਾਉਂਦਾ, ਸਾਨੂੰ ਤਾਂ ਦੁਨੀਆ ਦੀਆਂ ਆ ਵਸਤੂਆਂ ਭਾਉਂਦੀਆਂ ਨੇ ਜੋ ਹੈ ਨਹੀਂ, ਝੂਠੀਆਂ। ਮਹਾਰਾਜ ਜੋ ਤੁਹਾਨੂੰ ਭਾਉਂਦਾ ਹੈ ਉਹੀ ਸੱਚ ਹੈ। ਆਵਣ ਜਾਣਾ ਨਾ ਥੀਆ, ਸਾਚੀ ਮਤ ਹੋਈ। ਜਿਹੜੇ ਸੱਚੀ ਮਤ ਦੇ ਧਾਰਨੀ ਹੁੰਦੇ ਨੇ ਉਹਨਾਂ ਨੂੰ ਨਾ ਜੰਮਣਾ ਪੈਂਦਾ ਨਾ ਮਰਨਾ ਪੈਂਦਾ, ਉਹਨਾਂ ਦਾ ਆਵਾਗੁਣ ਕੱਟਿਆ ਜਾਂਦਾ। ਜਿਹੜੇ ਸੱਚੀ ਮਤ ਦੇ ਧਾਰਨੀ ਨੇ, ਜਿਹੜੀ ਮਤ ਮਹਾਰਾਜ ਜੀ ਨੇ ਮੰਗੀ ਹੈ ਨਾ ਪਿੱਛੇ ਹੁਕਮਨਾਮੇ 'ਚ, ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਅਰਾਧਾ। ਇਹ ਸੱਚੀ ਮਤ ਜਿਨ੍ਹਾਂ ਨੂੰ ਆ ਜਾਂਦੀ ਹੈ
ਉਹਨਾਂ ਦਾ ਫਿਰ ਜਨਮ ਮਰਨ ਨਹੀਂ ਹੁੰਦਾ, ਉਹਨਾਂ ਦਾ ਫਿਰ ਆਵਾਗੁਣ ਨਹੀਂ ਹੁੰਦਾ। ਅੰਜਨ ਤੈਸਾ ਅੰਜੀਆ ਜੈਸਾ ਪਿਰ ਭਾਵੈ। ਕਹਿੰਦੇ ਸੁਰਮਾ ਤਾਂ ਉਹ ਪਾਈਏ ਅੱਖਾਂ ਵਿੱਚ ਜਿਹੜਾ ਰੱਬ ਨੂੰ ਭਾਵੇ। ਅੰਜਨ ਦਾ ਇੱਥੇ ਮਤਲਬ ਸੁਰਮਾ ਆ ਨਾ। ਕਹਿੰਦੇ ਸੁਰਮਾ ਤਾਂ ਉਹ ਪਾਈਏ ਅੱਖਾਂ ਦੇ ਵਿੱਚ, ਨੇਤਰਾਂ 'ਚ, ਜਿਹੜਾ ਉਸ ਨਿਰੰਕਾਰ ਨੂੰ ਭਾਵੇ। ਜਿਹੜਾ ਸੁਰਮਾ ਉਹਨੂੰ ਭਾਉਂਦਾ ਹੀ ਨਹੀਂ, ਉਹ ਸੁਰਮੇ ਦਾ ਕੀ ਮਤਲਬ? ਸਾਹਿਬ ਜੀ ਕਹਿੰਦੇ ਪੈਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੋ। ਉਹਦੇ ਡਰ ਦੇ, ਉਹਦੇ ਭੈ ਦੇ ਜਿਹੜੀਆਂ ਸਲਾਈਆਂ ਨੇ, ਸੁਰਮਚੂ ਨੇ, ਕਹਿੰਦੇ ਉਹ ਅੱਖਾਂ ਵਿੱਚ ਪਾਈਏ, ਉਹਦੇ ਪ੍ਰੇਮ ਦਾ ਸ਼ਿੰਗਾਰ ਬਣਾਈਏ। ਜਿਹੜਾ ਅੰਜਨ, ਤੇ ਅੰਜਨ ਨਾਮ ਗੁਰਬਾਣੀ 'ਚ ਗਿਆਨ ਅੰਜਨ ਕਿਹਾ ਮਹਾਰਾਜ ਜੀ ਨੇ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਗਿਆਨ ਦਾ ਸੁਰਮਾ। ਪਰ ਗਿਆਨ ਉਹ ਜਿਹੜਾ ਉਹਨੂੰ ਭਾਵੇ। ਆਖੋ ਸਤਿਨਾਮ ਸੇ ਵਾਹਿਗੁਰੂ। ਸਾਡੇ ਕੋਲ ਗਿਆਨ ਹੈ ਜ਼ੁਬਾਨੀ, ਸਾਡੇ ਕੋਲ ਗਿਆਨ ਹੈ ਕਿਤਾਬੀ, ਸਾਡੇ ਕੋਲ ਧਾਰਨਾ ਵਾਲਾ ਗਿਆਨ ਨਹੀਂ ਹੈ ਵੀ ਅਸੀਂ ਉਹ ਧਾਰਨ ਕੀਤਾ ਹੋਵੇ। ਅੰਨੇ ਨੇ ਹੱਥ 'ਚ ਲਾਲਟਨ ਫੜੀ ਹੋਵੇ ਨਾ, ਉਹ ਕਹਿੰਦਾ ਦੂਜਿਆਂ ਨੂੰ ਵਿਖਾਉਣਾ ਚਾਨਣਾ ਵੀ ਲੋਕ ਵੇਖ ਲੈਣ। ਤਕਰੀਬਨ ਇਹੀ ਹਾਲਾਤ ਨੇ ਮਨੁੱਖਾਂ ਦੇ। ਗਿਆਨ ਦੀ ਲਾਲਟਨ ਫੜ ਕੇ ਲੋਕਾਂ ਨੂੰ ਵਿਖਾਲਦਾ ਫਿਰਦਾ, ਆਪ ਅੰਨਾ ਠੋਕਰਾਂ ਖਾਂਦਾ ਫਿਰਦਾ। ਇਹ ਬਿਲਕੁਲ ਉਦਾਂ ਹੈ ਕਿ ਕੇਵਲ ਗਿਆਨ ਦੂਸਰਿਆਂ ਲਈ ਕਥਨ ਕਰਨ ਵਾਸਤੇ ਰੱਖਿਆ ਹੋਇਆ, ਆਪ ਧਾਰਨ ਨਹੀਂ ਕਰਨਾ। ਇਹੋ ਜਿਹਾ ਗਿਆਨ ਮੇਰੇ ਸਾਹਿਬ ਨੂੰ ਨਹੀਂ ਪਾਉਂਦਾ। ਮਹਾਰਾਜ ਜੀ ਕਹਿੰਦੇ ਗਿਆਨ ਰੂਪੀ ਸੁਰਮਾ ਉਹੀ ਪਾਈਏ ਨੇਤਰਾਂ 'ਚ, ਜਿਹੜਾ ਉਹਨੂੰ ਚੰਗਾ ਲੱਗੇ। ਤੇ ਉਹਨੂੰ ਚੰਗਾ ਇਹ ਲੱਗਦਾ ਕਿ ਜੋ ਤੂੰ ਕਥਨੀ ਦੇ ਵਿੱਚ ਕਹਿ ਰਿਹਾ ਉਹ ਤੇਰੀ ਕਰਨੀ ਵਿੱਚ ਹੋਣਾ ਚਾਹੀਦਾ। ਕੱਲਾ ਕਥਨੀ ਮਾਤਰ ਗਿਆਨ ਉਹਨੂੰ ਨਹੀਂ ਪਾਉਂਦਾ, ਤੇਰੀ ਕਰਨੀ ਵਿੱਚ ਵੀ ਉਹ ਗਿਆਨ ਹੋਣਾ ਚਾਹੀਦਾ। ਤੂੰ ਖੁਦ ਵੀ ਉਸ ਗਿਆਨ ਦਾ ਧਾਰਨੀ ਹੋਣਾ ਚਾਹੀਦਾ। ਐਸਾ ਸੁਰਮਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਭਾਉਂਦਾ ਹੈ। ਸਮਝੈ ਸੂਝੈ ਜਾਣੀਐ ਜੀ ਆਪ ਜਨਾਵੈ। ਕਹਿੰਦੇ ਭਾਈ ਸਾਧੂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ ਸਮਝੀਏ ਤੇ ਫਿਰ ਸੁਝੀਏ, ਜਾਣੀਏ ਕਿ ਸਾਡਾ ਨਿਜ ਸਰੂਪ ਕੀ ਹੈ। ਪਰ ਇਹ ਵੀ ਤਾਂ ਹੀ ਸੁਝਿਆ ਜਾਂਦਾ, ਤਾਂ ਹੀ ਜਾਣਿਆ ਜਾਂਦਾ ਜੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਆਪ ਕਿਰਪਾ ਕਰਕੇ ਆਪਣਾ ਆਪ ਜਣਾ ਦੇਵੇ। ਹਾਂਜੀ। ਆਪ ਜਾਣ ਆਵੈ ਮਾਰਗ ਪਾਵੈ, ਆਪੇ ਮਨੁਆ ਲੀਵੈ। ਕਹਿੰਦੇ ਆਪ ਹੀ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਨੂੰ ਆਪਣਾ ਆਪ ਜਣਾਉਂਦਾ, ਉਹਨਾਂ ਨੂੰ ਮਾਰਗ ਪਾ ਦਿੰਦਾ, ਉਹਨਾਂ ਨੂੰ ਰਾਹ ਤੇ ਪਾ ਦਿੰਦਾ। ਮਾਰਗ ਪਾਵੈ, ਔਰ ਮਾਰਗ ਪਾ ਕੇ ਆਪੇ ਮਨੁਆ ਲੇਵੈ। ਉਹ ਆਪ ਇਹਦਾ ਮਨ ਲੈ ਲੈਂਦਾ। ਚਲੋ ਆਪ ਮਨ ਲੈ ਲੈਂਦਾ ਤੇ ਫਿਰ ਇਹਨੂੰ ਰਸਤੇ ਪਾ ਦਿੰਦਾ। ਗੱਲ ਤਾਂ ਮਨ ਭੇਟ ਕਰਨ ਦੀ ਆ ਨਾ। ਉੱਪਰ ਵੀ ਕਹਿ ਆਏ ਨੇ ਵੀ ਨਾਮ ਅੰਮ੍ਰਿਤ ਦਾ ਮੁੱਲ ਹੈ ਹੀ ਹੈ ਕਿ ਤੁਸੀਂ ਮਨ ਗੁਰੂ ਚਰਨਾਂ 'ਚ ਭੇਟ ਕਰ ਦਿਓ। ਮਨ ਦੇ ਰਾਮ ਲਿਆ ਹੈ ਮੋਲ, ਮਨ ਦੇ ਕੇ। ਕਹਿੰਦੇ ਜਦੋਂ ਮਨ ਲੈ ਲੈਂਦੇ ਆ ਫਿਰ ਸਤਿਗੁਰੂ ਜੀ ਇਸ ਭੁੱਲੇ ਹੋਏ ਜੀਵ ਨੂੰ ਮਾਰਗ ਪਾ ਦਿੰਦੇ ਹਨ। ਕਰਮ ਸੁਕਰਮ ਕਰਾਏ, ਆਪੇ ਕੀਮਤ ਕੌਣ ਅਭੇਵਾਏ। ਜਿਤਨੇ ਕਰਮ ਸੁਕਰਮ ਨੇ, ਸਧਾਰਨ ਜਾਂ ਸ੍ਰੇਸ਼ਟ ਕਰਮ ਜਿੰਨੇ ਵੀ ਨੇ, ਇਹ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀ ਆਪ ਹੀ ਕਰਾਉਂਦੇ ਆ ਜੀਵਾਂ ਕੋਲੋਂ। ਉਹਦੀ ਕੀਮਤ ਕੌਣ ਜਾਣ ਸਕਦਾ ਜੇ ਉਹ ਅਭੇਵੈ ਹੈ, ਭਾਵ ਜਿਸ ਦਾ ਭੇਦ ਹੀ ਨਹੀਂ ਜਾਣਿਆ ਜਾ ਸਕਦਾ, ਉਹਦੀ ਕੀਮਤ ਕੌਣ ਪਾ ਸਕਦਾ। ਹਾਂਜੀ। ਤੰਤ ਮੰਤ ਪਾਖੰਡ ਨਾ ਜਾਣਾ, ਰਾਮ ਹਿਰਦਾ ਮਨ ਮਾਨਿਆ। ਜਿਹਨਾਂ ਦਾ ਰਾਮ ਦੇ ਨਾਮ ਨਾਲ ਮਨ ਮੰਨ ਗਿਆ ਨਾ, ਉਹ ਫਿਰ ਤੰਤਰਾਂ ਮੰਤਰਾਂ ਤੇ ਪਖੰਡਾਂ ਨੂੰ ਨਹੀਂ ਜਾਣਦਾ। ਉਹ ਫਿਰ ਇਹੋ ਜਿਹੇ ਉਲਝੇਵਿਆਂ 'ਚ ਨਹੀਂ ਉਲਝਦਾ। ਉਹ ਕਿਸੇ ਜੋਤਸ਼ੀ ਕੋਲ ਜਾ ਕੇ ਤੰਤਰ ਨਹੀਂ ਬਣਵਾਉਂਦਾ ਜਾਂ ਜੰਤਰ ਨਹੀਂ ਬਣਵਾਉਂਦਾ।
ਵੀ ਉਹ ਜੰਤਰ ਲਿਆ ਕੇ ਆਪਣੀ ਦੁਕਾਨ ਤੇ ਮੜ ਕੇ ਲਾ ਦੇਵੇ। ਪੁੱਛੋ ਜੀ ਇਹ ਕੀ? ਕਹਿੰਦੇ ਜੀ ਫਲਾਣੇ ਨੇ ਜੰਤਰ ਦਿੱਤਾ ਹੈ, ਇਹ ਰਿੱਧੀ ਸਿੱਧੀ ਜੰਤਰ ਹੈ, ਇਹ ਫਲਾਣਾ ਜੰਤਰ ਹੈ, ਇਹ ਅਮਕਾ ਜੰਤਰ ਹੈ, ਇਹ ਤੰਤਰ ਹੈ ਜੀ ਜਿਹੜਾ ਮੈਂ ਪਾਇਆ ਹੋਇਆ। ਪਾਤਸ਼ਾਹ ਕਹਿੰਦੇ ਜਿਹੜੇ ਆਪਣੇ ਹਿਰਦੇ 'ਚ ਰਾਮ ਨਾਮ ਨੂੰ ਵਸਾ ਲੈਂਦੇ ਐ ਉਹ ਫਿਰ ਤੰਤਰਾਂ ਮੰਤਰਾਂ ਦੇ ਉਲਝੇਵਿਆਂ 'ਚ ਨਹੀਂ ਉਲਝਦੇ। ਹਿੰਦੁਸਤਾਨ ਦਾ ਇੱਕ ਸ਼ਾਸਤਰ, ਪ੍ਰਸਿੱਧ ਸ਼ਾਸਤਰ ਤੰਤਰ ਸ਼ਾਸਤਰ ਵੀ ਹੈ। ਉਹਦੇ 'ਚ ਤੰਤਰ ਮੰਤਰ ਜੰਤਰਾਂ ਦਾ ਬਹੁਤ ਵਿਸਥਾਰ ਹੈ। ਕਿਸ ਤੰਤਰ ਨੂੰ ਕਿਵੇਂ ਸਿੱਧ ਕਰਨਾ ਹੈ, ਕਿਸ ਜੰਤਰ ਨੂੰ ਤੁਸੀਂ ਕਿਵੇਂ ਬਣਾਉਣਾ ਹੈ, ਕਿਸ ਮੰਤਰ ਦੀ ਸਾਧਨਾ ਤੁਸੀਂ ਕਿਵੇਂ ਕਰਨੀ ਹੈ, ਉਹਦੇ ਕਈ ਪ੍ਰਕਾਰ ਉਹਨਾਂ ਵਿੱਚ ਦੱਸੇ ਜਾਂਦੇ। ਪਰ ਗੁਰਸਿੱਖ ਵਾਸਤੇ ਸਭ ਤੋਂ ਵੱਡਾ ਤੰਤਰ ਵੀ ਗੁਰਮੰਤਰ ਹੈ, ਵਾਹਿਗੁਰੂ ਸ਼ਬਦ ਹੈ। ਜੰਤਰ ਵੀ ਇਹੀ ਹੈ ਔਰ ਤੰਤਰ ਵੀ ਇਹੀ ਹੈ। ਇਹਦੇ ਤੋਂ ਇਲਾਵਾ ਅਸੀਂ ਹੋਰ ਕਿਸੇ ਮੰਤਰ ਤੰਤਰ ਜੰਤਰ ਨੂੰ ਨਹੀਂ ਜਾਣਦੇ। ਸੋ ਐਸਾ ਇਹ ਪਵਿੱਤਰ ਰਾਮ ਨਾਮ ਦਾ ਜੋ ਅੰਮ੍ਰਿਤ ਨਾਮ ਹੈ, ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਇਹਨੂੰ ਧਾਰਨ ਕਰ ਲੈਂਦੇ ਨੇ ਉਹ ਫਿਰ ਤੰਤਰ ਮੰਤਰ ਦੇ ਪਖੰਡਾਂ ਨੂੰ ਨਹੀਂ ਜਾਣਦੇ। ਤੰਤ ਮੰਤ ਪਾਖੰਡ ਨਾ ਜਾਣ, ਉਹ ਫਿਰ ਪਖੰਡ ਵੀ ਨਹੀਂ ਜਾਣਦੇ ਵੀ ਇਹ ਪਖੰਡ ਜਿਹੜੇ ਸੰਸਾਰ ਦੇ ਵਿੱਚ ਕੀਤੇ ਜਾਂਦੇ ਆ, ਇਹ ਏਦਾਂ ਜਪੋ ਜੀ, ਇਹਨੂੰ ਏਦਾਂ ਕਰੋ ਜੀ, ਏਦਾਂ ਦਾ ਪਖੰਡ ਉਹ ਨਹੀਂ ਜਾਣਦੇ। ਉਹ ਤਾਂ ਅੱਠੇ ਪੈਰ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਰਾਮ ਨਾਮ ਨੂੰ ਚਿਤਾਰਦੇ ਨੇ, ਚੇਤੇ ਰੱਖਦੇ। ਹਾਂਜੀ। ਅੰਜਨ ਨਾਮ ਤਿਸੇ ਤੇ ਸੂਝੈ, ਗੁਰ ਸ਼ਬਦੀ ਸਚ ਜਾਣਿਆ। ਮਹਾਰਾਜ ਜੀ ਕਹਿੰਦੇ ਇਸ ਨਾਮ ਦਾ ਜਿਹੜਾ ਅੰਜਨ ਗਿਆਨ ਹੈ ਨਾ, ਇਹ ਵੀ ਉਸ ਅਕਾਲ ਪੁਰਖ ਪਰਮੇਸ਼ਰ ਤੋਂ ਹੀ ਸੁਝਿਆ ਜਾਣਿਆ ਜਾਂਦਾ ਹੈ। ਜਦੋਂ ਕੋਈ ਗੁਰਸਿੱਖ ਗੁਰੂ ਕੇ ਸ਼ਬਦ ਨੂੰ ਸੁਣਦਾ, ਗੁਰੂ ਕੇ ਉਪਦੇਸ਼ ਨੂੰ ਸੁਣ ਕੇ ਉਸ ਦੀ ਕਮਾਈ ਕਰਦਾ, ਫਿਰ ਉਸ ਸੱਚ ਸਰੂਪ ਨੂੰ ਜਾਣਦਾ। ਜਦੋਂ ਖੰਡੇ ਦੀ ਪੌਲ ਤਿਆਰ ਹੁੰਦੀ ਹੈ ਨਾ, ਉਹਦੇ ਚ ਮੰਤਰ ਤੰਤਰ ਜੰਤਰ ਤਿੰਨੇ ਹੀ ਆ ਵਰਤਦੇ ਆ। ਸੋ ਸਾਖੀ ਵਿੱਚ ਜ਼ਿਕਰ ਆਉਂਦਾ। ਮੰਤਰ ਵਜੋਂ ਗੁਰੂ ਕੀ ਅੰਮ੍ਰਿਤ ਬਾਣੀ ਪੜ੍ਹੀ ਜਾਂਦੀ ਹੈ, ਔਰ ਜੰਤਰ ਵਜੋਂ ਜੋ ਖੰਡਾ ਫੇਰਿਆ ਜਾਂਦਾ ਉਹਦੇ ਵਿੱਚ ਬਾਟੇ ਵਿੱਚ, ਇਹ ਜੰਤਰ ਹੈ। ਤੇ ਜਦੋਂ ਉਹਦੇ ਚੂਲੇ ਛਕਾਏ ਜਾਂਦੇ ਹਨ, ਉਹ ਤੰਤਰ ਵਜੋਂ ਅੰਦਰ ਜਾ ਕੇ ਕਲਾ ਵਰਤਾਉਂਦੇ। ਹੁਣ ਜਿਨ੍ਹਾਂ ਨੇ ਆਹ ਮੰਤਰ ਜੰਤਰ ਤੰਤਰ ਧਾਰਨ ਕਰ ਲਏ, ਉਹਨਾਂ ਵਾਸਤੇ ਫਿਰ ਹੋਰ ਕਿਸੇ ਮੰਤਰ ਜੰਤਰ ਤੰਤਰ ਦੀ ਲੋੜ ਹੀ ਨਹੀਂ ਰਹੀ। ਉਹ ਫਿਰ ਸੰਸਾਰ ਦੇ ਤੰਤਰਾਂ ਮੰਤਰਾਂ ਜੰਤਰਾਂ ਦੇ ਭੁਲੇਖਿਆਂ ਵਿੱਚ ਨਹੀਂ ਭਟਕਦਾ, ਇਹੋ ਜਿਹੇ ਪਖੰਡਾਂ 'ਚ ਨਹੀਂ ਪੈਂਦਾ। ਉਹ ਕਹਿੰਦਾ ਮੇਰੇ ਲਈ ਸਭ ਤੋਂ ਵੱਡਾ ਮੰਤਰ ਗੁਰੂ ਪਾਤਸ਼ਾਹ ਵੱਲੋਂ ਦਿੱਤਾ ਹੋਇਆ ਗੁਰ ਮੰਤਰ ਹੈ, ਇਹੀ ਮੇਰੇ ਲਈ ਸਭ ਤੋਂ ਵੱਡਾ ਮੰਤਰ ਹੈ। ਪਰ ਇਹਦੀ ਸੋਝੀ ਵੀ ਉਹਨਾਂ ਨੂੰ ਹੁੰਦੀ ਹੈ ਜਿਹੜੇ ਗੁਰੂ ਕੇ ਸ਼ਬਦ ਨੂੰ ਸੁਣਦੇ ਆ, ਗੁਰੂ ਕੇ ਉਪਦੇਸ਼ ਨੂੰ ਸੁਣਦੇ ਹਨ ਔਰ ਗੁਰੂ ਉਪਦੇਸ਼ ਦੁਆਰਾ ਇਸ ਸੱਚ ਨੂੰ ਜਾਣਦੇ ਹਨ। ਸਾਜਨ ਹੋਵਣ ਆਪਣੇ ਕਿਉਂ ਪਰ ਕਰ ਜਾਹੀ। ਕਹਿੰਦੇ ਜੇ ਆਪਣਾ ਸੱਜਣ ਹੋਵੇ, ਜਿਹਦੇ ਕੋਲੋਂ ਸਾਰਾ ਕੁਝ ਮਿਲਦਾ ਹੋਵੇ, ਕਹਿੰਦੇ ਫਿਰ ਉਹ ਆਪਣੇ ਸੱਜਣ ਨੂੰ ਛੱਡ ਕੇ ਪਰਾਏ ਘਰ ਕਾਹਨੂੰ ਜਾਣ, ਦੇਵੀ ਦੇਵਤਿਆਂ ਦੇ ਦਰਾਂ ਮੂਹਰੇ ਕਿਉਂ ਭਟਕਦੇ ਫਿਰਨ ਬਈ। ਨਹੀਂ ਲੋੜ ਰਹਿੰਦੀ ਉਹਨਾਂ ਨੂੰ, ਪਰਾਏ ਘਰਾਂ ਨੂੰ ਜੋੜਨ ਦੀ ਲੋੜ ਨਹੀਂ ਰਹਿੰਦੀ ਉਹਨਾਂ ਨੂੰ, ਜਿਨ੍ਹਾਂ ਨੂੰ ਆਪਣੇ ਹਰੀ ਸੱਜਣ ਦੇ ਘਰ ਦੇ ਵਿੱਚੋਂ ਹੀ ਸਭ ਕੁਝ ਮਿਲ ਗਿਆ। ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ। ਜਿਹੜੇ ਸੱਜਣ ਦੇ ਪ੍ਰੇਮ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ, ਉਹਨਾਂ ਇਹ ਜਾਣ ਲਿਆ ਕਿ ਆਪਣੇ ਮਨ ਵਿੱਚ ਕਿ ਉਹ ਹਰੀ ਪਰਮੇਸ਼ਰ ਸੱਚ ਹਮੇਸ਼ਾ ਸਾਡੇ ਸੰਗ ਹੈ। ਮਨ ਮਾਹੀ ਸਾਜਨ ਕਰ ਰਲੀਆਂ ਕਰਮ ਧਰਮ ਸੁਭਾਇਆ। ਉਹ ਆਪਣੇ ਮਨ ਵਿੱਚ ਉਸ ਸੱਜਣ ਨਾਲ ਮੇਲ ਤੇ ਅਭੇਦਤਾ ਦਾ ਆਨੰਦ ਮਾਣਦੇ ਨੇ, ਤੇ ਜਿਹੜੇ ਉਸ ਪਰਮੇਸ਼ਰ 'ਚ ਭੇਦ ਹੋ ਜਾਂਦੇ ਨੇ, ਮਨ ਉਹਨਾਂ ਨੇ ਸਾਰੇ ਕਰਮ ਧਰਮ ਕਰ ਲਏ। 68 ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ। 68 ਤੀਰਥਾਂ ਦਾ ਇਸ਼ਨਾਨ ਦਾ ਪੁੰਨ ਔਰ ਅਨੇਕ ਪ੍ਰਕਾਰ ਦੀ ਪੂਜਾ ਅਰਚਨਾ ਆਦਿਕ, ਇਹ ਜਿੰਨੇ ਵੀ ਕਰਮ ਕਾਂਡ ਨੇ, ਕਹਿੰਦੇ ਉਹਨਾਂ ਨੂੰ ਪਰਮੇਸ਼ਰ ਦਾ ਸੱਚਾ ਨਾਮ ਪਾਇਆ, ਇਹਦੇ ਵਿੱਚੋਂ ਹੀ ਉਹਨਾਂ ਨੂੰ ਸਾਰੇ ਤੀਰਥਾਂ ਦੇ ਇਸ਼ਨਾਨ ਦਾ ਮਹੱਤਵ ਪ੍ਰਾਪਤ ਹੋ ਜਾਂਦਾ। ਹਾਂਜੀ।
ਆਪ ਸਾਜੇ ਥਾਪ ਵੇਖਾ ਤਿਸਾ ਭਾਣਾ ਪਾਇਆ। ਸਾਜਦਾ ਆਪ ਹੀ ਥਾਪ ਕੇ ਸਭ ਨੂੰ ਵੇਖਦਾ ਹੈ। ਹੁੰਦਾ ਉਹੀ ਹੈ ਜੋ ਤਿਸ ਦੇ ਮਨ ਨੂੰ ਭਾਉਂਦਾ ਹੈ, ਜੋ ਉਹਨੂੰ ਭਾਣਾ ਭਾਉਂਦਾ ਹੈ। ਸਾਜਨ ਰੰਗ ਰੰਗੀਲੋੜੇ ਰੰਗ ਲਾਲ ਬਨਾਇਆ। ਉਹ ਸੱਜਣ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਜਿਹੜੇ ਗੁਰਮੁਖ ਨੇ, ਉਹ ਵੀ ਉਸ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਲਾਲ ਹੋ ਗਏ, ਯਾਨੀ ਕਿ ਪਿਆਰੇ ਹੋ ਗਏ। ਉਹ ਵੀ ਨਿਰੰਕਾਰ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਸੰਸਾਰ ਵਿੱਚ ਸ਼ੋਭਨੀਕ ਹੋ ਗਏ। ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡਾ ਇਹ ਗਾਵਿਆ ਸੁਣਿਆ ਸਾਹਿਬ ਜੀ ਥਾਏ ਪਾਉਣ। ਗੁਰੂ ਕੀ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।